ਫਾਸਟ ਵੇ ਦੇ ਪਿਆਰੇ ਦਰਸ਼ਕੋ, ਡਾਕਟਰ ਵਿਸ਼ਵ ਬੰਧੂ ਦੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਵਾਰ ਫਿਰ ਲੜੀਵਾਰ ਪ੍ਰੋਗਰਾਮ ਇਤਿਹਾਸਿਕ ਅੰਮ੍ਰਿਤਸਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਔਰ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਗੁਰੂ ਕਾ ਬਾਗ ਕੁੱਕੇ ਵਾਲੀ, ਜੋ ਕਿ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰ ਅਜਨਾਲੇ ਤਹਿਸੀਲ ਦੇ ਕੋਲ ਸਥਿਤ ਹੈ। ਇਸ ਜਗ੍ਹਾ 'ਤੇ ਲੈ ਕੇ ਆਏ ਹਾਂ। ਇਹ ਇੱਕ ਬੜਾ ਸ਼ਹੀਦੀ ਗੁਰਦੁਆਰਾ ਹੈ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਗੁਰੂ ਘਰ ਜਿਹੜੇ ਕਿ ਗੁਰੂਆਂ ਦੇ ਘਰ ਸਨ, ਇਹਨਾਂ ਨੂੰ ਵੀ ਬੜੀ ਜਦੋਜਹਿਦ ਕਰਕੇ ਸਾਨੂੰ ਵਾਪਸ ਆਪਣੇ ਹੱਥ ਲੈਣਾ ਪਿਆ, ਕਿਉਂਕਿ ਇਹਨਾਂ ਦੇ ਉੱਤੇ ਕਦੀ ਮਹੰਤਾਂ ਨੇ ਕਬਜ਼ਾ ਕਰ ਲਿਆ ਹੋਇਆ ਸੀ। ਇਸ ਦਾ ਇਤਿਹਾਸ ਇੱਕ ਅਨੋਖਾ ਇਤਿਹਾਸ ਹੈ, ਕਿਉਂਕਿ ਇਹ ਸਿੱਖਾਂ ਦੀ ਉਹ ਲੜਾਈ ਸੀ ਜਿਹਦੇ 'ਚ ਸਿੱਖਾਂ ਨੇ ਆਪਣੇ ਬਲੀਦਾਨ ਦਾ, ਆਪਣੇ ਸਬਰ ਦਾ ਔਰ ਆਪਣੇ ਆਪ ਦੇ ਆਤਮ ਵਿਸ਼ਵਾਸ ਦਾ ਇੱਕ ਵਾਰ ਕੋਈ ਬੋਲਿਆ ਨਹੀਂ, ਉਫ ਨਹੀਂ ਕੀਤੀ, ਡੰਡੇ ਸਹੇ, ਯਾਤਨਾਵਾਂ ਸਹੀਆਂ, ਮਾਰ ਸਹੀ, ਜੇਲ੍ਹਾਂ 'ਚ ਗਏ। 30,000 ਤੋਂ ਵੱਧ ਸਿੱਖ ਜੇਲ੍ਹ ਦੇ ਵਿੱਚ ਭਰ ਦਿੱਤਾ ਗਿਆ। 400 ਤੋਂ ਉੱਤੇ ਸਿੱਖ ਇਸ 'ਚ ਸ਼ਹੀਦ ਹੋਇਆ। ਇਹ ਉਹ ਲੜਾਈ ਸੀ ਜਿਹੜੀ ਸਿੱਖਾਂ ਦੀ 1920 'ਚ ਸ਼ੁਰੂ ਹੁੰਦੀ ਹੈ ਔਰ 1925 'ਚ ਜਾ ਕੇ ਖ਼ਤਮ ਹੁੰਦੀ ਹੈ। ਆਓ ਅੱਜ ਅਸੀਂ ਤੁਹਾਨੂੰ ਗੁਰੂ ਕਾ ਬਾਗ ਦੇ ਇਤਿਹਾਸ ਬਾਰੇ ਜਾਣਕਾਰੀ ਦਈਏ। ਪਿਆਰੇ ਦਰਸ਼ਕੋ, ਅੱਜ ਅਸੀਂ ਤੁਹਾਨੂੰ ਗੁਰੂ ਕਾ ਬਾਗ ਗੁਰਦੁਆਰਾ ਲੈ ਕੇ ਆਏ ਹਾਂ, ਜੋ ਅਜਨਾਲੇ ਦੇ ਨੇੜੇ ਸਥਿਤ ਹੈ। ਬੜਾ ਇਤਿਹਾਸਿਕ ਗੁਰਦੁਆਰਾ, ਲੇਕਿਨ ਇਸ ਦੇ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਇਤਿਹਾਸ ਦੇ ਪਿਛਲੇ ਪੰਨਿਆਂ ਨੂੰ ਦੇਖਣਾ ਪਵੇਗਾ। ਅੰਗਰੇਜ਼ਾਂ ਦਾ ਭਾਰਤ ਦੇ ਵਿੱਚ ਆਗਮਨ 1849 ਦੇ ਵਿੱਚ ਪੰਜਾਬ ਜਿੱਤ ਲੈਂਦੇ ਨੇ ਔਰ ਇਸ ਦੇ ਨਾਲ ਹੀ ਸਾਰੇ ਭਾਰਤ 'ਤੇ ਉਹਨਾਂ ਦਾ ਕਬਜ਼ਾ ਹੋ ਜਾਂਦਾ ਹੈ ਔਰ ਆਪਣੇ ਤੌਰ 'ਤੇ ਉਹ ਸਕੂਲ ਖੋਲ੍ਹਦੇ ਨੇ ਔਰ ਲੋਕਾਂ ਨੂੰ ਐਜੂਕੇਸ਼ਨ ਦਿੰਦੇ ਨੇ। ਉਹਨਾਂ ਦਾ ਮੇਨ ਮੰਤਵ ਸੀਗਾ ਕਿ ਉਹ ਐਸੇ ਭਾਰਤੀ ਤਿਆਰ ਕਰਨ ਜੋ ਕਲਰਕ ਦੇ ਤੌਰ 'ਤੇ ਉਹਨਾਂ ਦਾ ਕੰਮ ਕਰਨ
ਔਰ ਭਾਰਤੀਆਂ ਦੇ ਨਾਲ ਵਾਰਤਾਲਾਪ ਕਰਕੇ ਉਹਨਾਂ ਦੀ ਗੱਲਬਾਤ ਨੂੰ ਸਮਝਾ ਸਕਣ। ਇਸ ਦੇ ਨਾਲ ਨਾਲ ਉਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ। ਔਰ ਇਹ ਤਾਂ ਹੁੰਦਾ ਹੀ ਹੈ, ਜਿਹੜਾ ਹਾਕਮ ਹੁੰਦਾ ਹੈ ਉਸ ਦੇ ਧਰਮ ਨੂੰ ਲੋਕੀ ਅਟਰੈਕਟ ਹੋ ਜਾਂਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਦੇ ਨਾਲ ਸਾਨੂੰ ਨੌਕਰੀ ਮਿਲ ਜਾਏਗੀ, ਆਰਥਿਕ ਸਹਾਇਤਾ। ਹਸਪਤਾਲ ਖੋਲ੍ਹੇ ਹੋਏ ਸਨ ਅਤੇ ਸਹਾਇਤਾ ਜਿਹੜੀ ਹੈ ਉਹ ਵੀ ਉਹਨਾਂ ਨੂੰ ਮਿਲ ਰਹੀ ਹੈ। ਇਸ ਦੇ ਨਾਲ ਖਾਣ ਪੀਣ ਦਾ ਇੰਤਜ਼ਾਮ। ਕਹਿੰਦਾ ਹੈ ਆਰਥਿਕ ਸਮਰਿੱਧੀ ਜਿਹੜੀ ਹੈ ਉਹ ਇਸ ਤਰ੍ਹਾਂ ਲੱਗੇ ਕਿ ਜਿਹੜਾ ਕ੍ਰਿਸਚਨ ਬਣ ਜਾਏਗਾ ਉਸ ਦੇ ਲਈ ਬੜੀ ਸੰਭਵ ਹੋ ਜਾਏਗੀ। ਨਤੀਜੇ ਵਜੋਂ ਬਹੁਤ ਸਾਰੇ ਭਾਰਤੀ ਜਿਹੜੇ ਨੇ ਕ੍ਰਿਸਚਨ ਬਣਨ ਲੱਗੇ। ਇਸ ਦਾ ਇੱਕ ਡੰਕਾ ਵੱਜਿਆ ਔਰ ਇਸ ਦਾ ਡਰ ਪੈਦਾ ਹੋਇਆ ਹਿੰਦੂ ਸਮਾਜ ਦੇ ਵਿੱਚ, ਮੁਸਲਿਮ ਸਮਾਜ ਦੇ ਵਿੱਚ ਅਤੇ ਸਿੱਖ ਸਮੁਦਾਇ ਵਿੱਚ। ਸਭ ਤੋਂ ਪਹਿਲਾਂ ਬੰਗਾਲ 'ਚ ਕ੍ਰਾਂਤੀ ਆਈ ਔਰ ਉਸ ਲਹਿਰ ਨੂੰ ਜਨਮ ਦਿੱਤਾ ਰਾਜਾ ਰਾਮ ਮੋਹਨ ਰਾਏ ਨੇ ਅਤੇ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ। ਕਿਉਂਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਅੰਗਰੇਜ਼ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਸਨ, ਲੇਕਿਨ ਉਸ ਵਕਤ ਅਗਰ ਧਿਆਨ ਨਾਲ ਦੇਖੀਏ ਤੇ ਜਿਹੜੇ ਸਾਡੇ ਵੀ ਧਰਮ ਸਨ ਉਹਨਾਂ 'ਚ ਕਈ ਕੁਰੀਤੀਆਂ ਆ ਚੁੱਕੀਆਂ ਸਨ। ਪਰਦਾ ਪ੍ਰਥਾ, ਬਾਲ ਵਿਵਾਹ, ਵਿਡੋ ਦਾ ਵਿਆਹ ਨਹੀਂ ਹੋਣ ਦੇਣਾ। ਔਰ ਇਹਨਾਂ ਪ੍ਰਥਾ, ਇਹਨਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਬ੍ਰਹਮੋ ਸਮਾਜ ਨੇ ਕੰਮ ਸ਼ੁਰੂ ਕੀਤੇ ਔਰ ਭਾਰਤੀਆਂ ਨੂੰ ਕਿਹਾ ਕਿ ਤੁਸੀਂ ਐਜੂਕੇਸ਼ਨ ਵਿੱਚ ਹਿੱਸਾ ਲਵੋ। ਉਹਨਾਂ ਦੇ ਨਾਲ ਨਾਲ ਬਾਅਦ ਦੇ ਵਿੱਚ ਆਰੀਆ ਸਮਾਜ ਸਭਾ ਜਿਹੜੀ ਹੈ, ਆਰੀਆ ਸਮਾਜ ਜਿਹੜੀ ਹੈ ਮੂਵਮੈਂਟ ਉਹ ਪੈਦਾ ਹੁੰਦੀ ਹੈ। ਸਵਾਮੀ ਦਇਆਨੰਦ ਇਸ ਮੂਵਮੈਂਟ ਨੂੰ ਲੈ ਕੇ ਹਿੰਦੂਆਂ ਦੇ ਉਥਾਨ ਲਈ ਕੰਮ ਕਰਦੇ ਨੇ। ਸ਼ਰਧਾਨੰਦ ਸਵਾਮੀ ਜਿਹੜੇ ਨੇ ਉਹ ਇਸ ਦੇ ਵਿੱਚ ਸ਼ੁੱਧੀ ਮੂਵਮੈਂਟ ਲਾਂਚ ਕਰਦੇ ਨੇ। ਸ਼ੁੱਧੀ ਮੂਵਮੈਂਟ ਦਾ ਮੁੱਖ ਉਦੇਸ਼ ਸੀਗਾ ਕਿ ਜਿਹੜੇ ਹਿੰਦੂ ਆਪਣਾ ਧਰਮ ਬਦਲ ਚੁੱਕੇ ਨੇ ਉਹ ਵਾਪਸ ਇਸ ਧਰਮ 'ਚ ਆ ਜਾਣ। ਔਰ ਇਸੀ ਦੌਰਾਨ ਕਿਸੇ ਨੇ ਪੁੱਛਿਆ ਹੋਣਾ ਬਈ ਸਿੱਖਾਂ ਬਾਰੇ ਤੁਹਾਡਾ ਕੀ ਵਿਚਾਰ ਹੈ, ਤੇ ਉਹਨਾਂ ਨੇ ਕਿਹਾ ਤੇ ਸਾਡਾ ਹੀ ਹਿੱਸਾ ਨੇ। ਨਤੀਜਾ ਸਿੱਖਾਂ ਨੂੰ ਲੱਗਾ ਕਿ ਇਹ ਤੇ ਬੜੀ ਗਲਤ ਗੱਲ ਹੋ ਰਹੀ ਹੈ ਔਰ ਉਹਨਾਂ ਦੇ ਵਿੱਚ ਕਾਹਨ ਸਿੰਘ ਜੋ ਕਿ ਨਾਭੇ ਦੇ ਸਨ, ਉਹਨਾਂ ਨੇ ਕਿਤਾਬ ਲਿਖੀ ਹਮ ਹਿੰਦੂ ਨਹੀਂ। ਅਰਥਾਤ ਸਿੱਖ ਨੂੰ ਅਹਿਸਾਸ ਹੋਇਆ, ਸਿੱਖ ਧਰਮ ਦੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਅਗਰ ਆਪਣੇ ਧਰਮ ਨੂੰ ਬਚਾਉਣਾ ਹੈ ਤੇ ਆਪਣੀ ਹੋਂਦ ਨੂੰ ਸਾਨੂੰ ਜਗਾਉਣਾ ਪਏਗਾ। ਔਰ ਸਿੰਘ ਸਭਾ ਲਹਿਰ ਜਿਹੜੀ ਹੈ, ਸਿੰਘ ਸਭਾ ਲਹਿਰ ਜਿਹੜੀ ਮੂਵਮੈਂਟ ਹੈ, ਇਸ ਦੀ ਜਾਗਰਤੀ ਹੁੰਦੀ ਹੈ। 1873 ਦੇ ਵਿੱਚ ਅੰਮ੍ਰਿਤਸਰ ਔਰ ਫਿਰ ਬਾਅਦ ਦੇ ਵਿੱਚ 1879 ਦੇ ਵਿੱਚ ਲਾਹੌਰ। ਔਰ ਦੇਖਦੇ ਦੇਖਦੇ 150 ਤੋਂ ਉੱਤੇ ਸਿੰਘ ਸਭਾ ਅੰਦੋਲਨ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ। ਇੰਨੀ ਜ਼ਿਆਦਾ ਤਾਦਾਦ ਦੇ ਵਿੱਚ ਸਿੰਘ ਸਭਾ ਸਦੱਸਿਆ ਜਿਹੜੇ ਸਨ ਉਹ ਬਣ ਰਹੇ ਸਨ। ਨਤੀਜੇ ਵਜੋਂ ਸੋਚਿਆ ਗਿਆ ਕਿਉਂ ਨਾ ਇਹਨਾਂ ਨੂੰ ਇਕੱਠਾ ਕਰ ਦਿੱਤਾ ਜਾਏ ਅਤੇ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਹੋਈ। 1902 'ਚ ਦੀ ਸਥਾਪਨਾ ਹੁੰਦੀ ਹੈ ਔਰ 1904 'ਚ ਇਹਨੂੰ ਰਜਿਸਟਰ ਕਰਾ ਲਿਆ ਜਾਂਦਾ ਹੈ। ਚੀਫ ਖਾਲਸਾ ਦੀਵਾਨ ਦਾ ਵੀ ਉਦੇਸ਼ ਇਹੋ ਹੀ ਹੈ ਕਿ ਪੰਜਾਬੀ ਨੂੰ ਮਹੱਤਵਤਾ ਦਿੱਤੀ ਜਾਏ, ਲੋਕ ਪੰਜਾਬੀ ਵੀ ਪੜ੍ਹਨ, ਅੰਗਰੇਜ਼ੀ ਵੀ ਪੜ੍ਹਨ। ਔਰ ਅੰਗਰੇਜ਼ਾਂ ਨੇ ਇਸ ਦੇ ਵਿੱਚ ਬੜਾ ਯੋਗਦਾਨ ਦਿੱਤਾ ਔਰ ਉਹਨਾਂ ਨੇ ਖਾਲਸਾ ਕਾਲਜ ਦੀ ਸਥਾਪਨਾ ਕਰਾਈ। 1892 ਦੇ ਵਿੱਚ ਖਾਲਸਾ ਕਾਲਜ ਇੱਕ ਹਿਊਜ ਬਿਲਡਿੰਗ ਰਾਮ ਸਿੰਘ ਦੁਆਰਾ ਬਣਾਈ ਗਈ, ਇਹ ਜਿਹੜੀ ਹੈ ਹੋਂਦ ਵਿੱਚ ਆਉਂਦੀ ਹੈ ਔਰ ਸਿੱਖਾਂ ਨੂੰ ਇੱਕ ਵੱਖ ਇੰਸਟੀਟਿਊਸ਼ਨ ਮਿਲਦਾ ਹੈ। ਆਰੀਆ ਸਮਾਜ ਨੇ DAV ਇੰਸਟੀਟਿਊਸ਼ਨਸ ਖੋਲ੍ਹੀਆਂ ਸੀ ਔਰ ਸਿੱਖ ਮੁਸਲਮਾਨਾਂ ਨੇ ਅਹਿਮਦੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਖੋਲ੍ਹੀ ਸੀ। ਔਰ ਹੁਣ ਸਿੱਖਾਂ ਦੀ ਜਿਹੜੀ ਸੀਗੀ ਉਹ ਜਿਹੜੀ ਹੈ ਖਾਲਸਾ ਕਾਲਜ ਹੈ, ਇੱਕ ਵੱਖਰਾ ਕਾਲਜ ਸਿੱਖ ਦਾ ਪ੍ਰਤੀਕ ਹੋ ਕੇ ਖੜ੍ਹਾ ਹੁੰਦਾ। ਲੇਕਿਨ ਅੰਗਰੇਜ਼ ਜਿਹੜੇ ਨੇ ਉਹ ਬੜੇ ਸ਼ਾਤਿਰ ਸਨ। ਉਹਨਾਂ ਦੀ ਕੋਸ਼ਿਸ਼ ਸੀ ਕਿ ਸਿੱਖ ਜਿਹੜਾ ਹੈ ਉਹ ਆਸ-ਪਾਸ ਨਾ ਜਾਏ, ਕਿਤੇ ਆਜ਼ਾਦੀ ਦੀ ਲਹਿਰ 'ਚ ਨਾ ਗੁੰਮ ਜਾਏ, ਉਸ ਨੂੰ ਆਪਣੇ ਨਾਲ ਰੱਖਿਆ ਜਾਏ। ਔਰ ਇਸ ਲਈ ਉਹ ਗਾਹੇ ਬਗਾਹੇ ਇਸ ਜਿਹੜੇ ਸਿੱਖ ਧਾਰਮਿਕ ਸਥਾਨ ਸਨ, ਚਾਹੇ ਉਹ ਦਰਬਾਰ ਸਾਹਿਬ ਸੀ, ਚਾਹੇ ਉਹ ਤਰਨ ਤਾਰਨ ਸੀ, ਇਹਨਾਂ ਦੇ ਮਹੰਤਾਂ ਨੂੰ ਆਪਣੇ ਹੱਥ 'ਚ ਰੱਖਦੇ ਸਨ ਔਰ ਹਰ ਪ੍ਰਕਾਰ ਦਾ ਇਹਨਾਂ 'ਤੇ ਕੰਟਰੋਲ ਕਰਨਾ ਚਾਹੁੰਦੇ ਸਨ। ਨਤੀਜੇ ਵਜੋਂ ਸਿੱਖਾਂ ਨੂੰ ਹੌਲੀ ਹੌਲੀ ਇਹ ਸਮਝ ਆਉਣ ਲੱਗੀ ਕਿ ਸਾਨੂੰ ਆਪਣੇ ਆਪ ਨੂੰ ਇਹਨਾਂ ਤੋਂ ਅੱਡ ਕਰਨਾ ਹੋਏਗਾ। ਪਹਿਲਾ ਮੌਕਾ ਮਿਲਿਆ ਜਿਸ ਵੇਲੇ ਰਕਾਬਗੰਜ ਗੁਰਦੁਆਰੇ ਦੀ ਦੀਵਾਰ ਜਿਹੜੀ ਹੈ 1914 ਵਿੱਚ ਵਾਇਸਰਾਏ ਦਾ
घर बनाने ਦੇ ਲਈ ਗਿਰਾ ਦਿੱਤੀ ਗਈ। ਸਿੱਖਾਂ ਨੇ ਇਸ ਤੇ ਪ੍ਰੋਟੈਸਟ ਕੀਤਾ, ਲੇਕਿਨ ਵਰਲਡ ਵਾਰ 1 ਸ਼ੁਰੂ ਹੋਣ ਕਰਕੇ ਉਹ ਬਹੁਤਾ ਅੱਗੇ ਨਾ ਜਾ ਸਕੀ। ਲੇਕਿਨ ਜਿਸ ਵਕਤ ਵਰਲਡ ਵਾਰ 1 ਖਤਮ ਹੋਈ ਤੇ ਮੁਸਲਮਾਨਾਂ ਨੇ, ਕਾਂਗਰਸ ਨੇ, ਸਿੱਖਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਉਹਨਾਂ ਨੂੰ ਸੀ ਕਿ ਜਿਸ ਵਕਤ ਅੰਗਰੇਜ਼ ਜਿੱਤ ਜਾਣਗੇ ਇਸ ਦੇ ਬਦਲੇ ਉਹਨਾਂ ਨੂੰ ਕੁਝ ਦੇਣਗੇ, ਲੇਕਿਨ ਮਿਲਿਆ ਕਿ ਰੌਲਟ ਐਕਟ, ਜਲਿਆਂਵਾਲਾ ਬਾਗ ਦਾ ਕਾਂਡ 1919 ਅਸੀਂ ਜਾਣਦੇ ਹਾਂ, ਖੂਨੀ ਦਹਾਕਾ। ਨਤੀਜੇ ਵਜੋਂ ਸਿੱਖ ਜਿਹੜੇ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਆਪਣਾ ਗੁਰਦੁਆਰਾ ਵਾਪਸ ਲੈਣਾ ਹੈ, ਉਹਦੀ ਦੀਵਾਰ ਬਣਵਾਉਣੀ ਹੈ। ਔਰ ਉਹਨਾਂ ਨੇ ਉਸ ਜਗ੍ਹਾ 'ਤੇ ਦਿੱਲੀ ਜੱਥੇ ਭੇਜਣੇ ਸ਼ੁਰੂ ਕੀਤੇ। ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਇਹ ਗੱਲ ਫੈਲੇ ਅਤੇ ਉਹਨਾਂ ਨੇ ਉੱਥੇ ਦੀਵਾਰ ਬਣਵਾ ਦਿੱਤੀ। ਦੂਸਰਾ ਕੰਮ ਜਿਹੜਾ ਸਿੱਖਾਂ ਨੇ ਕੀਤਾ, ਉਹਨਾਂ ਨੇ ਕਿਹਾ ਪਹਿਲੇ ਜਿਹੜਾ ਖਾਲਸਾ ਕਾਲਜ ਹੈ ਇਹਨੂੰ ਅੰਗਰੇਜ਼ਾਂ ਦੇ ਚੁੰਗਲ 'ਚੋਂ ਬਚਾਓ, ਔਰ ਇਸ ਦੇ ਲਈ ਉਹਨਾਂ ਨੇ ਜਿਹੜੀ ਸਰਕਾਰ ਵੱਲੋਂ ਗ੍ਰਾਂਟ ਆ ਰਹੀ ਸੀ ਉਹਨੂੰ ਬੰਦ ਕਰ ਦਿੱਤਾ। ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਦਿੱਤਾ ਸੀ ਲਾਹੌਰ ਸਿੰਘ ਸਭਾ ਨੇ, ਔਰ ਇਸ ਸਭਾ ਦੇ ਕਰਕੇ ਜਿਹੜਾ ਖਾਲਸਾ ਕਾਲਜ ਹੈ ਆਜ਼ਾਦ ਹੋਇਆ। ਹੁਣ ਆਈਏ ਅਸੀਂ ਉਹ ਗੁਰਦੁਆਰੇ ਜਿਨ੍ਹਾਂ 'ਤੇ ਕਬਜ਼ੇ ਸਨ। ਸਭ ਤੋਂ ਪਹਿਲੇ ਤਰਨਤਾਰਨ ਗੁਰਦੁਆਰਾ, ਉੱਥੇ ਜੱਥੇ ਭੇਜੇ ਗਏ, ਜੱਥਿਆਂ ਨੂੰ ਮਾਰਿਆ ਗਿਆ, ਔਰ ਸਿੱਖਾਂ ਨੇ ਸੋਚ ਲਿਆ ਸੀ ਕਿ ਅਸੀਂ ਅਹਿੰਸਕ ਹੋ ਕੇ ਕਿਸੇ ਪ੍ਰਕਾਰ ਦਾ ਹਥਿਆਰ ਨਹੀਂ ਚੁੱਕਣਾ, ਕਿਸੇ ਪ੍ਰਕਾਰ ਦੀ ਮਾਰਾ ਕੁਟਾਈ ਨਹੀਂ ਕਰਨੀ, ਅਸੀਂ ਆਪਣੇ ਆਪ ਨੂੰ ਬਲੀਦਾਨ ਦੇ ਦਾਂਗੇ, ਲੇਕਿਨ ਆਪਣੇ ਗੁਰਦੁਆਰੇ ਜਿਹੜੇ ਨੇ ਆਪਣੇ ਹੀ ਮਹੰਤਾਂ ਕੋਲੋਂ ਵਾਪਸ ਲਵਾਂਗੇ। ਤਰਨਤਾਰਨ ਦਾ ਲਿਆ, ਫਿਰ ਅੰਮ੍ਰਿਤਸਰ ਦੀ ਚਾਬੀਆਂ ਦੇ ਲਈ ਲੜਾਈ ਕਰਨੀ ਪਈ, ਔਰ ਸਭ ਤੋਂ ਜ਼ਿਆਦਾ ਖੂਨੀ ਜਿਹੜਾ ਦਹਾਕਾ ਸੀ ਉਹ ਨਨਕਾਣਾ ਸਾਹਿਬ ਸੀ, ਜਿੱਥੇ ਨਾਰਾਇਣ ਦਾਸ ਦਾ ਕਬਜ਼ਾ ਸੀ। ਉਸਨੇ 500 ਸਿੱਖਾਂ ਨੂੰ ਘੇਰਾ ਲੈ ਲਿਆ, ਔਰ ਘੇਰੇ ਦੇ ਵਿੱਚ ਉਹਨਾਂ 'ਤੇ ਗੋਲੀਆਂ ਚਲਾ ਦਿੱਤੀਆਂ। 130 ਤੋਂ ਉੱਤੇ ਸਿੱਖ ਮਾਰੇ ਗਏ। ਬੜਾ ਵੱਡਾ ਖੂਨੀ ਦਹਾਕਾ ਹੋਇਆ, ਔਰ ਇੱਥੇ ਗਾਂਧੀ ਨੇ ਕਿਹਾ ਸੀ ਇੱਕ ਤੇ ਜਲਿਆਂਵਾਲਾ ਬਾਗ ਕਾਂਡ ਹੋਇਆ ਜਿਹੜਾ ਅੰਗਰੇਜ਼ਾਂ ਨੇ ਕੀਤਾ, ਇਹ ਤੇ ਆਪਣਿਆਂ ਨੇ ਹੀ ਕਰ ਦਿੱਤਾ। ਕਹਿਣ ਦਾ ਭਾਵ ਹੈ ਹੌਲੀ ਹੌਲੀ ਇਹ ਸਾਰੇ ਗੁਰਦੁਆਰੇ ਜਿਹੜੇ ਨੇ SGPC ਨੇ ਆਪਣੇ ਕੰਟਰੋਲ 'ਚ ਲਏ। SGPC ਜਿਹੜੀ ਹੋਂਦ ਚਾਹੁੰਦੀ ਹੈ 12 ਦਸੰਬਰ 1920 ਨੂੰ, ਔਰ ਚੀਫ ਖਾਲਸਾ ਦੀਵਾਨ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਹੈ ਉਹ 14 ਦਸੰਬਰ 1920 ਨੂੰ ਹੋਂਦ ਚਾਹੁੰਦਾ ਹੈ। ਔਰ ਇਹਨਾਂ ਦਾ ਮੇਨ ਉਦੇਸ਼ ਸੀਗਾ ਆਪਣੇ ਜਿਹੜੇ ਅਸੀਂ ਗੁਰਦੁਆਰੇ ਨੇ ਉਹਨਾਂ ਨੂੰ ਵਾਪਸ ਲੈਣਾ, ਔਰ ਉਹਨਾਂ 'ਚੋਂ ਹੀ ਇੱਕ ਗੁਰਦੁਆਰਾ ਸੀਗਾ ਗੁਰੂ ਕਾ ਬਾਗ, ਜਿੱਥੇ ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹਾਂ। ਇਹ ਉਹ ਇਤਿਹਾਸਿਕ ਸਥਲ ਹੈ ਜਿੱਥੇ ਸਿੱਖਾਂ ਨੇ ਇੰਨੀਆਂ ਲਾਠੀਆਂ ਭੰਜੀਆਂ ਗਈਆਂ ਇਹਨਾਂ ਦੇ ਉੱਤੇ, ਇੰਨਾ ਮਾਰਿਆ ਗਿਆ ਇਹਨਾਂ ਨੂੰ, ਲੇਕਿਨ ਇਹਨਾਂ ਨੇ ਉਫ ਨਹੀਂ ਕੀਤੀ ਔਰ ਸਾਰੇ ਦੁੱਖ ਸਹੇ। ਕਿਉਂਕਿ ਉਹਨਾਂ ਨੂੰ ਵਾਹਿਗੁਰੂ ਦਾ ਆਸ਼ੀਰਵਾਦ ਸੀ, ਉਹਨਾਂ ਨੂੰ ਵਾਹਿਗੁਰੂ 'ਤੇ ਇਤਬਾਰ ਸੀ, ਔਰ ਵਾਹਿਗੁਰਾਂ ਨੇ ਉਹਨਾਂ ਦੀ ਸਾਰੀ ਲਾਜ ਰੱਖੀ, ਔਰ ਸਿੱਖ ਆਪਣੇ ਧਾਰਮਿਕ ਸਥਲ ਲੈਣ ਦੇ ਵਿੱਚ ਕਾਮਯਾਬ ਹੋਏ। ਔਰ ਆਖਰੀ ਲੜਾਈ ਲੜੀ ਉਹਨਾਂ ਨੇ ਜੈਤੋ ਮੋਰਚਾ, ਜਿਸ ਵਕਤ ਰਿਪੂ ਦਰਮਨ ਜਿਹੜਾ ਨਾਭੇ ਦਾ ਨਵਾਬ ਸੀ ਉਸ ਨੂੰ ਦੇਹਰਾਦੂਨ ਭੇਜ ਦਿੱਤਾ ਜਾਂਦਾ ਹੈ, ਔਰ ਉਸ ਦੀ ਜਗ੍ਹਾ ਦੇ ਵਿੱਚ ਗੰਗ ਸਾਗਰ ਗੁਰਦੁਆਰਾ ਜਿਹੜਾ ਜਿੱਥੇ ਜੈਤੋ ਹੈ, ਜੈਤੋ ਜਗ੍ਹਾ ਦੇ ਉੱਤੇ ਉਸ ਜਗ੍ਹਾ 'ਤੇ ਸਿੱਖਾਂ ਨੂੰ ਪਾਠ ਨਹੀਂ ਕਰਨ ਦਿੱਤਾ ਜਾਂਦਾ। ਉਸ ਦੇ ਲਈ ਵੀ ਸਿੱਖਾਂ ਨੇ 350 ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਮੰਨਿਆ ਜਾਂਦਾ 30,000 ਤੋਂ ਵੱਧ ਸਿੱਖ ਕੈਦ ਹੋਏ, 400 ਤੋਂ ਉੱਤੇ ਸ਼ਹੀਦ ਹੋਏ, ਲੇਕਿਨ ਉਹਨਾਂ ਦੀ ਸ਼ਹਾਦਤ ਹੈ ਉਹ ਖਾਲੀ ਨਹੀਂ ਗਈ। ਉਸ ਦੇ ਬਾਵਜੂਦ ਇਹਨਾਂ ਨੂੰ ਆਪਣੇ ਗੁਰਦੁਆਰਿਆਂ 'ਤੇ ਕਬਜ਼ਾ ਮਿਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਯੋਗਦਾਨ ਦਿੱਤਾ, ਔਰ ਉਸ ਤੋਂ ਵੀ ਵੱਡਾ ਯੋਗਦਾਨ ਸੀ ਉਹ ਸਿੱਖ ਅਕਾਲੀਆਂ ਦਾ, ਜਿਨ੍ਹਾਂ ਨੇ ਆਪਣੇ ਬਲੀਦਾਨ ਦਾ ਇੱਕ ਵਾਰੀ ਨਹੀਂ ਸੋਚਿਆ ਕਿ ਕੀ ਹੋਏਗਾ। ਇੱਥੇ ਇੱਕ ਅੰਗਰੇਜ਼ ਇਤਿਹਾਸਕਾਰ ਜਿਹੜਾ ਉਸ ਵਕਤ ਆਇਆ ਸੀ, ਉਸਨੇ ਜਿਸ ਵੇਲੇ ਗੁਰੂ ਕਾ ਬਾਗ ਮੋਰਚੇ ਦੇ ਵਿੱਚ ਸਿੱਖਾਂ ਨੂੰ ਪਿੱਟਦੇ ਹੋਏ ਦੇਖਿਆ ਔਰ ਉਫ ਨਾ ਕਰਦੇ ਹੋਏ ਦੇਖਿਆ, ਉਹਨੇ ਕਿਹਾ ਮੰਨ ਗਿਆ ਮੈਂ ਐਸੀ ਕੌਮ ਨਹੀਂ ਦੇਖੀ ਜੋ ਇੰਨਾ ਜ਼ੁਲਮ ਸਹਿ ਸਕਦੀ ਹੈ। ਸੋ ਐਸੀ ਦੋਸਤੋ ਇਸ ਗੁਰੂ ਕੇ ਬਾਗ ਮੋਰਚੇ ਦਾ ਇਤਿਹਾਸ, ਜਿਸ ਤੋਂ ਅਸੀਂ ਅੱਜ ਤੁਹਾਨੂੰ ਦਰਸ਼ਨ ਕਰਾਉਣ ਦੇ ਲਈ ਲਿਆਏ ਹਾਂ। ਆਓ ਚਲੀਏ ਅੱਗੇ ਇੱਥੇ ਦੇ ਇਤਿਹਾਸ ਬਾਰੇ ਇੱਥੇ ਦੇ ਲੋਕਾਂ ਕੋਲੋਂ ਜਾਣੀਏ।
ਦਾਸ ਭਾਈ ਮਨਦੀਪ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਜ ਅਸੀਂ ਗੁਰਦੁਆਰਾ ਗੁਰੂ ਕਾ ਬਾਗ ਦੇ ਪਾਵਨ ਪਵਿੱਤਰ ਸਥਾਨ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਰਨ ਪਾਏ ਅਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾ ਕੇ ਇਸ ਜਗ੍ਹਾ ਨੂੰ ਪਵਿੱਤਰ ਕੀਤਾ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਇੱਥੇ ਸਾਧ ਸੰਗਤ ਇੱਕ ਪਰਿਕਰਮਾ ਦੇ ਵਿੱਚ ਖੂਹ ਹੈ, ਪਾਤਸ਼ਾਹੀ ਪੰਜਵੀਂ ਜਦੋਂ ਤੁਸੀਂ ਅੰਦਰ ਦਰਬਾਰ ਜਾਣ ਲੱਗਦੇ ਹੋ ਪਰਿਕਰਮਾ 'ਚ ਖੂਹ ਹੈ, ਔਰ ਇੱਕ ਖੂਹ ਇੱਧਰ ਬਾਗ ਦੇ ਵਿੱਚ ਹੈ ਜੋ ਨਵਾਂ ਬਾਗ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੂਦਾਂ ਦਾ ਬਾਗ ਲਵਾਇਆ ਗਿਆ। ਇੱਕ ਖੂਹ ਜਿਹੜਾ ਉਹ ਗੁਰਦੁਆਰਾ ਬੌਲੀ ਸਾਹਿਬ ਘੁੱਕੇ ਵਾਲੀ ਪਿੰਡ ਦੇ ਵਿੱਚ ਆ। ਸੋ ਇਤਿਹਾਸਕ ਖੂਹ ਨੇ। ਫਿਰ ਸਮਾਂ ਪਾ ਕੇ ਨਵੀਂ ਪਾਤਸ਼ਾਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਜਦੋਂ ਮਾਈਆਂ ਨੇ ਫੇਰ ਜਾ ਕੇ ਬੇਨਤੀ ਕੀਤੀ, ਮਹਾਰਾਜ ਮਸੰਦਾਂ ਦਰਵਾਜ਼ੇ ਬੰਦ ਕਰ ਲਏ, ਪਾਤਸ਼ਾਹ ਆਪ ਜੀ ਵਾਪਸ ਆ ਕੇ ਮਹਾਰਾਜ ਸੰਗਤਾਂ ਨੂੰ ਨਿਹਾਲ ਕਰੋ। ਮਹਾਰਾਜ ਨੇ ਬਚਨ ਕੀਤਾ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਅੰਮ੍ਰਿਤਸਰ ਸਾਹਿਬ ਆਏ, ਇੱਥੋਂ ਮਹਾਰਾਜ ਫਿਰ ਇੱਥੇ ਸਥਾਨ ਗੁਰਦੁਆਰਾ ਗੁਰੂ ਕਾ ਬਾਗ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਪਹੁੰਚੇ। 9 ਮਹੀਨੇ ਦੇ ਕਰੀਬ ਮਹਾਰਾਜ ਸਮਾਂ ਜਿਹੜਾ ਇਸ ਇਲਾਕੇ ਨੂੰ ਭਾਗ ਲਾਏ। ਸਾਧ ਸੰਗਤ ਇਸ ਧਰਤੀ ਨੂੰ ਗੁਰੂ ਕੀ ਰੋਡ ਆਖਿਆ ਜਾਂਦਾ ਸੀ, ਪਰ ਜਿੱਥੇ ਮਹਾਰਾਜ ਨੇ ਬਾਗ ਲਵਾਇਆ ਔਰ ਇਸ ਅਸਥਾਨ ਦਾ ਨਾਮ ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਪ੍ਰਸਿੱਧ ਹੋਇਆ, ਕਿਉਂਕਿ ਨਵੇਂ ਪਾਤਸ਼ਾਹ ਜਿੱਥੇ ਵੀ ਗਏ ਉਹਨਾਂ ਬੌਲੀਆਂ ਬਣਵਾਈਆਂ, ਬਾਗ ਲਵਾਏ ਕਿ ਵਾਤਾਵਰਨ ਨੂੰ ਵੀ ਸ਼ੁੱਧ ਰੱਖਿਆ ਜਾ ਸਕੇ। ਅੱਜ ਵੀ ਸੰਗਤਾਂ ਦੀ ਆਸਥਾ ਵਾ ਕਿ ਸੰਗਤਾਂ ਅੱਜ ਵੀ ਜਿਹੜੀਆਂ ਨੇ ਉਹ ਇੱਥੇ ਫਲਦਾਰ ਬੂਟੇ ਲਿਆ ਕੇ ਲਾਉਂਦੀਆਂ ਨੇ। ਜੇ ਕਿਸੇ ਦੇ ਘਰ ਸੰਤਾਨ ਨਹੀਂ, ਸ਼ਰਧਾ ਭਾਵਨਾ ਨਾਲ ਆ ਕੇ ਜਦੋਂ ਇੱਥੇ ਬੂਟਾ ਲਾਇਆ ਜਾਂਦਾ ਹੈ, ਗੁਰੂ ਦੀ ਕਿਰਪਾ ਵਾਪਰਦੀ ਹੈ। ਆ ਪਿਛਲੇ ਦਿਨੀ ਇੱਕ ਪਰਿਵਾਰ ਪਹੁੰਚਿਆ, ਸਾਧ ਸੰਗਤ ਬੜਾ ਲੰਬਾ ਸਮਾਂ ਗੁਜ਼ਰ ਗਿਆ, ਸੰਤਾਨ ਦੀ ਪ੍ਰਾਪਤੀ ਨਹੀਂ ਹੋਈ। ਇੱਥੇ ਆ ਕੇ ਉਹਨਾਂ ਬੂਟਾ ਲਾਇਆ ਫਲਦਾਰ ਤੇ ਮਾਲਕ ਦੀ ਕਿਰਪਾ ਹੋਈ, ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋਈ। ਇਸ ਧਰਤੀ ਨੂੰ ਗੁਰਦੁਆਰਾ ਗੁਰੂ ਕਾ ਬਾਗ ਨਾਮ ਪ੍ਰਸਿੱਧ ਹੈ। ਔਰ ਸਮਾਂ ਪਾ ਕੇ 1921 ਦੇ ਵਿੱਚ ਜਦੋਂ ਸਾਕਾ ਵਾਪਰਦਾ ਨਨਕਾਣਾ ਸਾਹਿਬ ਦਾ ਤੇ ਮਹੰਤਾਂ ਦੇ ਕੋਲ ਵੱਖ-ਵੱਖ ਗੁਰਦੁਆਰਿਆਂ ਦੇ ਪ੍ਰਬੰਧ ਸਨ। ਅੰਗਰੇਜ਼ ਸਾਮਰਾਜ ਦਾ ਸਮਾਂ ਸੀ। ਜਿਸ ਤਰ੍ਹਾਂ ਤੇਜਾ ਸਿੰਘ ਮਹੰਤ ਜਿਹੜਾ ਸੀ ਉਹ ਤਰਨਤਾਰਨ ਸਾਹਿਬ ਸੀ, ਨਰੈਣ ਦਾਸ ਮਹੰਤ ਨਨਕਾਣਾ ਸਾਹਿਬ ਸੀ। ਸਾਕਾ ਨਨਕਾਣਾ ਸਾਹਿਬ ਵਾਪਰਦਾ ਤੇ ਮਹੰਤ ਸੁੰਦਰਦਾਸ ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਇੱਥੇ ਪ੍ਰਬੰਧਕ ਬਣ ਕੇ ਬੈਠਾ ਸੀ, ਅੰਗਰੇਜ਼ਾਂ ਦੀ ਸ਼ਹਿ ਤੇ ਰਹਿ ਰਿਹਾ ਸੀ, ਪਰ ਆਈਆਂ ਹੋਈਆਂ ਧੀਆਂ ਭੈਣਾਂ ਦੀ ਬੇਪਤੀ ਕਰਦਾ ਸੀ। ਸਮਾਂ ਬੀਤਿਆ, ਸਿੱਖ ਸਰਦਾਰ ਇਸ ਇਲਾਕੇ ਦੇ ਇਕੱਠੇ ਹੋਏ, ਭਾਈ ਦਾਨ ਸਿੰਘ ਜੀ ਵਿਛੋਆ, ਜਥੇਦਾਰ ਕਰਤਾਰ ਸਿੰਘ ਜੀ ਝੱਬਰ ਔਰ ਇਹ ਮੋਹਰੀ ਜਥੇਦਾਰਾਂ ਨੇ ਪਿੰਡ ਦਿਆਂ ਇਲਾਕੇ ਦਿਆਂ ਸਿੱਖ ਸਰਦਾਰਾਂ ਨੂੰ ਇਕੱਠਿਆਂ ਕੀਤਾ ਤੇ ਕਰਕੇ ਮਹੰਤ ਜਿਹੜਾ ਸੀ ਇਹਨੂੰ ਫਿਰ 120 ਰੁਪਏ ਦੇਣੇ ਕਰਕੇ ਅੰਮ੍ਰਿਤਸਰ ਦੇ ਵਿੱਚ ਇੱਕ ਕਮਰਾ ਲੈ ਦਿੱਤਾ। ਕਿਉਂਕਿ ਪਹਿਲਾਂ ਸਮਝਾਇਆ, ਬੜੇ ਯਤਨ ਕੀਤੇ ਕਿ ਮਹੰਤ ਤੂੰ ਇੱਕ ਇਸਤਰੀ ਦੇ ਨਾਲ ਤੇਰਾ ਆਨੰਦ ਪੜ੍ਹਾਇਆ ਜਾਵੇ। ਉਹਦਾ ਨਾਮ ਮਾਤਾ ਗਿਆਨ ਕੌਰ ਰੱਖਿਆ ਗਿਆ। ਪਰ ਸਮਾਂ ਬੀਤਿਆ, ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਦਾ ਇਹ ਫਿਰ ਉਸੇ ਤਰ੍ਹਾਂ ਮਣਿਆਈਆਂ ਕਰਨ ਲੱਗ ਪਿਆ। ਆਖਿਰ ਸਿੱਖ ਸਰਦਾਰਾਂ ਨੇ ਇਹਨੂੰ ਸੇਵਾ ਤੋਂ ਪਿਛਾਂਹ ਕਰਕੇ ਅੰਮ੍ਰਿਤਸਰ 'ਚ ਕਮਰਾ ਦੇ ਕੇ ਉੱਥੇ ਘੱਲਿਆ। ਪਰ ਮਹੰਤ ਨੇ ਅੰਗਰੇਜ਼ ਸਾਮਰਾਜ ਦੇ ਅਫਸਰਾਂ ਨਾਲ ਰਲ ਕੇ 5 ਸਿੱਖ ਜਿਹੜੇ ਸਨ, ਭਾਈ ਸੰਤੋਖ ਸਿੰਘ ਲਸ਼ਕਰੀ ਨੰਗਲ ਵਾਲੇ, ਭਾਈ ਲਾਭ ਸਿੰਘ ਮੱਤੇ ਨੰਗਲ, ਭਾਈ ਲਾਭ ਸਿੰਘ ਰਾਜਾ ਸਾਂਸੀ ਤੇ 2 ਸਿੱਖ ਸਾਧ ਸੰਗਤ ਹੋਰ ਸਨ। ਇਹਨਾਂ 5 ਤੇ ਲੱਕੜੀਆਂ ਕੱਟਣ ਦਾ ਜਿਹੜਾ ਸੀ ਉਹ ਬਹਾਨਾ ਬਣਾਇਆ ਤੇ ਉਹਨਾਂ ਨੂੰ 6-6 ਮਹੀਨੇ ਦੀ ਕੈਦ, 50-50 ਰੁਪਏ ਜੁਰਮਾਨਾ ਜਿਹੜਾ ਸੀ ਉਹਨਾਂ ਸਿੱਖਾਂ ਦੇ ਕਰ ਦਿੱਤਾ। ਇਲਾਕੇ 'ਚੋਂ ਸਿੱਖ ਇਕੱਠੇ ਹੋ ਕੇ ਆਉਂਦੇ ਰਹੇ, ਗੁਰੂ ਘਰ ਦੀਆਂ ਲੰਗਰਾਂ ਵਾਸਤੇ ਲੱਕੜੀਆਂ ਕੱਟਦੇ ਰਹੇ, ਗ੍ਰਿਫਤਾਰੀਆਂ ਹੁੰਦੀਆਂ ਰਹੀਆਂ। ਮੈਂ ਥੋੜ੍ਹੇ ਸ਼ਬਦਾਂ 'ਚ ਸਾਂਝ ਪਾਵਾਂ ਕਿ ਆਖਰ ਉਹ ਸਮਾਂ ਬਣਿਆ ਜਦੋਂ ਸ਼ਾਂਤਮਈ ਸੱਤਿਆਗ੍ਰਹਿ ਆਰੰਭ ਕਰਨਾ ਪਿਆ। ਪਹਿਲਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ, ਕਾਲੀਆਂ ਦਸਤਾਰਾਂ ਸਜਾ ਕੇ ਉੱਪਰ ਜਿਹੜੀਆਂ ਸੀ ਦਸਤਾਰਾਂ ਦੇ ਪੱਟੀਆਂ ਬੱਧੀਆਂ ਹੁੰਦੀਆਂ ਸਨ ਕਿ ਇਹ ਜਥਾ ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਨੂੰ ਰਵਾਨਾ ਹੋਣ ਲੱਗਾ। ਔਰ ਜਥੇ ਦੀ ਰਸਤੇ ਵਿੱਚ ਉਸ ਵੇਲੇ ਦਾ ਜਿਹੜਾ ਅਫਸਰ ਸੀ ਮਿਸਟਰ ਬੀਟੀ, ਜਿਹਦਾ ਨਾਂ ਇਤਿਹਾਸ 'ਚ ਆਉਂਦਾ, ਉਹਦੇ ਇਸ਼ਾਰੇ ਦੇ ਉੱਤੇ ਸੰਮਾਂ ਵਾਲੀਆਂ ਡਾਂਗਾਂ ਦੇ ਨਾਲ ਤਸ਼ੱਦਦ ਹੁੰਦਾ ਹੈ, ਕਿਸੇ ਸਿੱਖ ਤੋਂ ਘੋੜਾ ਦੜਾਇਆ ਜਾਂਦਾ ਹੈ। ਜਦੋਂ ਮੋਰਚਾ ਸਾਹਿਬ ਗੁਰਦੁਆਰਾ ਸਾਹਿਬ ਹੈ ਕੁੱਕੜਾਂ ਵਾਲੇ ਦੇ ਕੋਲ, ਇੱਥੋਂ ਹੀ ਮਾਰ ਕੁਟਾਈ ਆਰੰਭ ਹੋ ਜਾਂਦੀ ਸੀ। ਕੋਈ ਸਿੱਖ ਖਾਲ 'ਚ ਡਿੱਗ ਪੈਂਦਾ ਸੀ ਲਹੂ ਲਹਾਨ ਹੋ ਕੇ। ਪਰ ਸਿੱਖਾਂ ਇੱਕ ਪ੍ਰਣ ਕੀਤਾ ਸੀ ਕਿ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ, ਕਿਸੇ ਤੇ ਹੱਥ ਨਹੀਂ ਚੁੱਕਣਾ। ਸ਼ਾਂਤਮਈ ਰਹਿ ਕੇ ਮੋਰਚਾ ਲਾਇਆ ਗਿਆ। ਇਹ ਜਥੇ ਰਾਵਲਪਿੰਡੀ ਤੋਂ 100 ਸਿੰਘਾਂ ਦਾ ਆਇਆ, ਲਾਹੌਰ ਤੋਂ 100 ਸਿੰਘਾਂ ਦਾ ਆਇਆ, ਗੁਜਰਾਂਵਾਲੇ ਤੋਂ 100 ਸਿੰਘਾਂ ਦਾ ਆਇਆ, ਵੱਖ-ਵੱਖ ਥਾਵਾਂ ਤੋਂ 100-100 ਸਿੰਘਾਂ ਦੇ ਜਥੇ ਆਏ। ਤਸ਼ੱਦਦ ਹੁੰਦਾ ਰਿਹਾ। 8 ਅਗਸਤ ਨੂੰ ਸਾਧ ਸੰਗਤ ਇਹ ਮੋਰਚਾ ਆਰੰਭ ਹੋਇਆ ਸੀ ਤੇ ਨਵੰਬਰ ਵਿੱਚ ਜਾ ਕੇ ਮੋਰਚਾ ਫਿਰ ਸੰਪੂਰਨ ਹੋਇਆ। ਇੱਥੇ ਫਿਰ ਸਿੰਘਾਂ ਨੇ ਦੀਵਾਨ ਸਜਾਇਆ। ਅੱਜ ਵੀ ਹਰ ਮੱਸਿਆ 'ਤੇ ਧਾਰਮਿਕ ਦੀਵਾਨ ਸਜਦੇ ਨੇ
ਔਰ ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ ਹਾਜ਼ਰੀ ਭਰਦੇ ਨੇ। ਪਿਆਰੇ ਦਰਸ਼ਕੋ, ਅਸੀਂ ਤੁਹਾਨੂੰ ਹੁਣੇ ਮਨਦੀਪ ਸਿੰਘ ਜੀ ਨੇ ਇੱਥੇ ਦਾ ਇਤਿਹਾਸ ਦੱਸਿਆ, ਕਿਸ ਤਰ੍ਹਾਂ ਸਿੱਖਾਂ ਨੇ ਜਥੇ ਦੇ ਵਿੱਚ ਆ ਕੇ, ਖਾਸ ਤੌਰ ਤੇ ਉਸ ਵਕਤ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋ ਚੁੱਕੀ ਸੀ, ਔਰ ਉਹਨਾਂ ਨੇ ਇੱਥੇ ਜਥੇ ਭੇਜੇ ਔਰ ਇੱਥੇ ਲੜਾਈ ਲੜੀ, ਔਰ ਲੜਨ ਦੇ ਬਾਅਦ ਮਹੰਤ ਸੁੰਦਰਦਾਸ ਕੋਲੋਂ ਇੱਥੇ ਦਾ ਕਬਜ਼ਾ ਆਪਣੇ ਹੱਥ ਲਿਆ। ਇੱਥੇ ਦੇ ਜਿਹੜੇ ਜਥੇ ਪਹੁੰਚੇ, ਕਿਉਂਕਿ ਅੰਗਰੇਜ਼ੀ ਸਰਕਾਰ ਉਸ ਵਕਤ ਸਿੱਖਾਂ ਦੇ ਖਿਲਾਫ ਹੋਈ ਪਈ ਸੀ, ਉਹ ਚਾਹੁੰਦੀ ਸੀਗੀ ਕਿ ਜਿਹੜੇ ਜਥੇਦਾਰ ਨੇ ਇੱਥੇ ਦੇ, ਜਿਹੜੇ ਮਹੰਤ ਨੇ, ਉਹ ਉਹਨਾਂ ਦੇ ਨਾਲ ਲੱਗੇ ਰਹਿਣ, ਕਿਤੇ ਸਿੱਖ ਆਜ਼ਾਦੀ ਦੀ ਲੜਾਈ ਵੱਲ ਨਾ ਤੁਰ ਪੈਣ, ਔਰ ਕੱਲ੍ਹ ਨੂੰ ਇਹ ਜਿਹੜੀ ਆਜ਼ਾਦੀ ਦੀ ਲੜਾਈ ਦੇ ਵਿੱਚ ਮੂਵਮੈਂਟ ਕਾਂਗਰਸ ਜਾਂ ਮੁਸਲਿਮ ਲੀਗ ਚਲਾ ਰਹੀ ਹੈ, ਉਹਦੇ 'ਚ ਸ਼ਾਮਲ ਨਾ ਹੋ ਜਾਣ। ਉਹ ਸਿੱਖਾਂ ਨੂੰ ਇੱਥੋਂ ਚੁੱਕ ਕੇ ਦੇਹਰਾਦੂਨ ਕੈਦ ਕਰਕੇ ਰੇਲਵੇ ਦੇ ਵਿੱਚ ਬਿਠਾ ਕੇ ਭੇਜਦੀ ਹੈ। ਜਿਸ ਵਕਤ ਰਾਹ ਦੇ ਵਿੱਚ ਸਿੱਖਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਜਿਹੜੇ ਸਿੱਖ ਕੌਮ ਦੇ ਲੋਕ ਨੇ, ਜਿਨ੍ਹਾਂ ਨੂੰ ਗੁਰੂ ਕਾ ਬਾਗ ਵਿੱਚ ਪਕੜ ਕੇ ਰੇਲ ਵਿੱਚ ਬਿਠਾ ਕੇ ਦੇਹਰਾਦੂਨ ਭੇਜਿਆ ਜਾ ਰਿਹਾ ਹੈ, ਉਹ ਰਾਹ ਦੇ ਵਿੱਚ ਉਹਨਾਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕਰਦੇ ਨੇ। ਜਿਸ ਵੇਲੇ ਅੰਗਰੇਜ਼ਾਂ ਨੂੰ ਪਤਾ ਲੱਗਦਾ ਕਿ ਰਾਹ ਦੇ ਵਿੱਚ ਸਿੱਖਾਂ ਨੇ ਰੇਲ ਰੋਕਣੀ ਹੈ ਔਰ ਇਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਉਹ ਰੇਲ ਨੂੰ ਰੁਕਣ ਦਾ ਹੁਕਮ ਨਹੀਂ ਦਿੰਦੇ, ਉਹ ਕਹਿੰਦੇ ਰੇਲ ਚਲਾ ਦਿਓ। ਲੇਕਿਨ ਸਿੱਖ ਜਥੇ ਜਿਹੜੇ ਨੇ ਰੇਲਵੇ ਲਾਈਨ ਤੇ ਬੈਠ ਜਾਂਦੇ ਨੇ, ਉਹਨਾਂ ਦੀ ਮਨਸ਼ਾ ਹੈ ਕਿ ਰੇਲ ਰੁਕੇ ਔਰ ਉਹ ਆਪਣੇ ਸਾਥੀਆਂ ਨੂੰ ਪਾਣੀ ਪਿਆਣ, ਉਹਨਾਂ ਨੂੰ ਪ੍ਰਸ਼ਾਦਾ ਚਖਾਣ। ਨਤੀਜੇ ਵਜੋਂ ਰੇਲ ਜਿਸ ਵੇਲੇ ਚੱਲਦੀ ਹੈ ਤੇ 2 ਸਿੱਖ ਉਸ ਰੇਲ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਰੇਲ ਰੁਕ ਜਾਂਦੀ ਹੈ, ਸਿੱਖ ਜਥੇ ਆਪਣਾ ਵਚਨ ਪੂਰਾ ਕਰਦੇ ਨੇ ਔਰ ਰੇਲ ਦੇ ਵਿੱਚ ਆ ਕੇ ਸਿੱਖਾਂ ਜਿਹੜੇ ਕੈਦੀ ਸਨ ਉਹਨਾਂ ਨੂੰ ਪ੍ਰਸ਼ਾਦਾ ਦਿੰਦੇ ਨੇ। ਉਸ ਵਕਤ ਮਾਹੌਲ ਠੀਕ ਨਹੀਂ ਸੀ, ਪ੍ਰਸ਼ਾਦਾ ਤੇ ਕੋਈ ਨਹੀਂ ਸਕਦਾ, ਲੇਕਿਨ ਇਹ ਦੱਸਣਾ ਮੈਂ ਚਾਹੁੰਦਾ, ਇਹ ਸਿੱਖਾਂ ਦੀ ਸ਼ਹਾਦਤ, ਸਿੱਖਾਂ ਦੀ ਦਲੇਰੀ ਸੀ, ਜਿਨ੍ਹਾਂ ਨੇ ਇਹਨਾਂ ਮਹੰਤਾਂ ਦੇ ਕੋਲੋਂ, ਜਿਹੜੇ ਚਾਪਲੂਸ ਸਨ, ਅੰਗਰੇਜ਼ਾਂ ਦੇ ਨਾਲ ਸਨ, ਅੰਗਰੇਜ਼ਾਂ ਦੇ ਨਾਲ ਜਥੇਬੰਦੀ ਕਰਕੇ ਆਪਣੇ ਹੀ ਭਰਾਵਾਂ ਦੇ ਅਗੇਂਸਟ ਇਸ ਤਰ੍ਹਾਂ ਦੇ ਵਚਨ ਕਰ ਰਹੇ ਸਨ, ਉਹਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਏ। ਸੋ ਇਹ ਸਿੱਖਾਂ ਦੀ ਜਿਹੜੀ ਸ਼ਹਾਦਤ ਹੈ, ਉਸ ਦਾ ਪ੍ਰਤੀਕ ਹੈਗਾ ਇਹ ਗੁਰਦੁਆਰਾ। ਔਰ ਜਿਸ ਜਗ੍ਹਾ ਦੇ ਉੱਤੇ ਖੜੇ ਹੋ ਕੇ ਅਸੀਂ ਇਸ ਵਕਤ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇ ਰਹੇ ਹਾਂ, ਇਹ ਉਹ 2 ਸ਼ਹੀਦ ਸਨ ਜਿਹੜੇ ਗੁਰੂ ਕੇ ਬਾਗ ਮੋਰਚੇ ਦੇ ਦੌਰਾਨ ਪਹਿਲੇ 2 ਸ਼ਹੀਦ ਸੀ, ਕਿਉਂਕਿ ਮੋਰਚੇ ਤੇ ਬੜੇ ਲੱਗੇ। ਇਹ ਗੁਰੂ ਕਾ ਬਾਗ ਮੋਰਚਾ ਸੀ, ਉਸ ਤੋਂ ਬਾਅਦ ਹੋਰ ਮੋਰਚੇ ਵੀ ਲੱਗੇ, ਜੈਤੋ ਮੋਰਚਾ ਵੀ ਆਂਦਾ ਹੈ, ਨਨਕਾਣਾ ਸਾਹਿਬ ਮੋਰਚਾ ਵੀ ਆਂਦਾ ਹੈ। ਸੋ ਇੱਥੋਂ ਦੀ ਸ਼ਹਾਦਤ ਸ਼ੁਰੂ ਹੁੰਦੀ ਹੈ ਔਰ ਅਸੀਂ ਅੱਜ ਧੰਨ ਧੰਨ ਹੁੰਦੇ ਹਾਂ ਜਿਸ ਵਕਤ ਅਸੀਂ ਇਸ ਗੁਰੂਦੁਆਰੇ ਦੇ ਉੱਤੇ ਸੀਸ ਨਿਵਾਉਂਦੇ ਹਾਂ ਔਰ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਆਖਦੇ ਹਾਂ। ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਇੱਥੇ ਚਰਨ ਪਾਏ ਨੇ। ਇਸ ਅਸਥਾਨ ਤੇ ਸਿੱਖਾਂ ਨੇ ਜਿਸ ਤਰ੍ਹਾਂ ਸਤਿਗੁਰੂ ਜੀ ਦੇ ਵਾਕ ਨੇ ਆਪਣੇ ਗੁਰੂ ਉੱਪਰ ਕੁਰਬਾਨ
ਇਸ ਅਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ, ਮਹੰਤਾਂ ਤੋਂ ਆਜ਼ਾਦ ਕਰਵਾਉਣ ਵਾਸਤੇ ਸਿੱਖਾਂ ਨੇ ਆਪਣਾ ਖੂਨ ਡੋਲ ਕੇ, ਜੋ ਮੇਰੇ ਨਗਰ ਦੇ ਭਾਈ ਤਾਰਾ ਸਿੰਘ ਜੀ ਅਤੇ ਭਾਈ ਭਗਤ ਸਿੰਘ ਜੀ ਨੇ, ਜਿਨ੍ਹਾਂ ਨੂੰ ਉਹ ਆਪਣੇ ਖੇਤ ਦੇ ਵਿੱਚ ਕੰਮ ਕਰ ਰਹੇ ਸਨ, ਮੱਕੀ ਗੋੜ ਰਹੇ ਸਨ, ਤੇ ਉਹਨਾਂ ਨੇ ਵੀ ਇੱਥੇ ਆ ਕੇ ਯੋਗਦਾਨ ਪਾਇਆ ਤੇ ਆਪਣੀ ਸ਼ਹਾਦਤ ਦਿੱਤੀ ਹੈ। ਸੋ ਇੱਥੇ ਬੇਅੰਤ ਸਿੱਖਾਂ ਨੇ ਕੋਈ ਗਿਣਤੀ ਨਹੀਂ ਹੈ ਕਿ ਆਪਣੇ ਗੁਰੂ ਤੋਂ ਕੁਰਬਾਨ ਜਾਂਦਿਆਂ ਹੋਇਆਂ ਇਸ ਅਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਸਾਧ ਸੰਗਤ ਜੀ ਆਪਣਾ ਬਲੀਦਾਨ ਦਿੱਤਾ ਹੈ। ਫਾਸਟਵੇ ਦੇ ਪਿਆਰੇ ਦਰਸ਼ਕੋ, ਮੇਰੇ ਨਾਲ ਨੇ ਇਸ ਵਕਤ ਗੁਰੂ ਕਾ ਬਾਗ ਦੇ ਮੈਨੇਜਰ ਜਗਜੀਤ ਸਿੰਘ ਜੀ। ਆਓ ਇਹਨਾਂ ਕੋਲ ਇੱਥੇ ਦੇ ਬਾਰੇ ਜਾਣਕਾਰੀ ਲਈਏ। ਸਰ, ਤੁਹਾਡਾ ਫਾਸਟ ਵਿੱਚ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਫਾਸਟਵੇ ਚੈਨਲ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪਾਵਨ ਸਥਾਨ ਦੇ ਦਰਸ਼ਨ ਦੀਦਾਰੇ ਕੀਤੇ ਹਨ ਅਤੇ ਇਸ ਜਗ੍ਹਾ ਨੂੰ ਹਰ ਜਗ੍ਹਾ 'ਤੇ ਦੁਨੀਆ ਦੇ ਕੋਨੇ-ਕੋਨੇ 'ਤੇ ਪਹੁੰਚਾਉਣ ਦਾ ਯਤਨ ਕੀਤਾ ਹੈ। ਸੋ ਇਹਨਾਂ ਨੂੰ ਜੀ ਆਇਆਂ ਆਖਦਾ ਹਾਂ। ਇਹ ਮਹਾਨ ਪਵਿੱਤਰ ਅਸਥਾਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ। ਇਹ ਅੰਮ੍ਰਿਤਸਰ ਤੋਂ ਤਕਰੀਬਨ 22 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਇਸ ਮਹਾਨ ਅਸਥਾਨ ਦੇ ਉੱਤੇ ਜੋ ਪਾਵਨ ਪਵਿੱਤਰ ਤਿਉਹਾਰ ਮਨਾਏ ਜਾਂਦੇ ਹਨ, ਉਹਨਾਂ ਦੇ ਵਿੱਚ ਮੱਸਿਆ ਦਾ ਦਿਹਾੜਾ ਜੋ ਉਹ ਬਹੁਤ ਸ਼ਰਧਾ ਅਤੇ ਭਾਵਨਾ ਦੇ ਨਾਲ ਸੰਗਤਾਂ ਬੜੀ ਦੂਰੋਂ ਦੂਰੋਂ ਆਣ ਕੇ ਇਸ ਜਗ੍ਹਾ 'ਤੇ ਇਸ਼ਨਾਨ ਕਰਦੀਆਂ ਹਨ। ਅਤੇ ਜੋ ਮੋਰਚਾ ਗੁਰੂ ਕਾ ਬਾਗ ਇਸ ਜਗ੍ਹਾ ਦੇ ਉੱਤੇ 1922 ਦੇ ਵਿੱਚ ਜੋ ਮੋਰਚਾ ਲੱਗਾ ਸੀ, ਉਸ ਦੇ ਵਿੱਚ ਸ਼ਹੀਦਾਂ ਦੀ ਯਾਦ, ਜਿਨ੍ਹਾਂ ਸ਼ਹੀਦਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਇਸ ਗੁਰਦੁਆਰਾ ਸਾਹਿਬ ਜੀ ਨੂੰ ਆਜ਼ਾਦ ਕਰਾਇਆ ਸੀ, ਉਹਨਾਂ ਦੀ ਯਾਦ ਵਿੱਚ ਪਿਛਲੇ ਸਾਲ ਅਸੀਂ 100 ਸਾਲਾ ਸ਼ਤਾਬਦੀ ਜਿਹੜੀ ਬੜੀ ਵੱਡੀ ਪੱਧਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਾ ਕੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਇਸ ਇਤਿਹਾਸ ਨੂੰ ਉਜਾਗਰ ਕੀਤਾ। ਸੋ ਇਸੇ ਤਰ੍ਹਾਂ ਜੋ ਚੇਤ ਦੀ ਮੱਸਿਆ ਇਸ ਸਥਾਨ 'ਤੇ ਬਹੁਤ ਵੱਡੀ ਪੱਧਰ 'ਤੇ ਲੱਗਦੀ ਹੈ। ਸੰਗਤਾਂ ਦੂਰੋਂ ਦੂਰੋਂ ਅਤੇ ਬਾਹਰਲਿਆਂ ਦੇਸ਼ਾਂ ਦੇ ਵਿੱਚੋਂ ਵੀ ਇਸ ਜਗ੍ਹਾ 'ਤੇ ਪਹੁੰਚਦੀਆਂ ਹਨ। ਇਸ ਮਹਾਨ ਪਵਿੱਤਰ ਅਸਥਾਨ ਦੇ ਉੱਤੇ ਨਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਦੇ ਘਰ ਬੱਚੇ ਦੀ ਦਾਤ ਨਾ ਹੋਵੇ, ਇਸ ਪਾਵਨ ਅਸਥਾਨ 'ਤੇ ਆਣ ਕੇ ਜੋ ਫਲਦਾਰ ਬੂਟਾ ਲਗਾਉਂਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਅਸੀਂ ਵੇਖਦੇ ਹਾਂ ਕਿ ਜੋ ਸੰਗਤਾਂ ਬੜੀ ਦੂਰੋਂ ਦੂਰੋਂ ਆਣ ਕੇ ਇਸ ਗੱਲ ਦਾ ਜੋ ਹੰਗਾਰਾ ਦਿੰਦੀਆਂ ਹਨ ਕਿ ਅਸੀਂ ਇੱਥੇ ਬੂਟਾ ਲਗਾ ਕੇ ਗਏ ਸਾਂ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਸੇ ਨੇ 10 ਸਾਲ ਬਾਅਦ, ਕਿਸੇ ਦੇ 15 ਸਾਲ ਬਾਅਦ ਬੱਚੇ ਦੀ ਦਾਤ ਪ੍ਰਾਪਤ ਹੋਈ। ਸੋ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਤਿਗੁਰਾਂ ਦੇ ਬਚਨ ਜੋ ਸਦਾ ਅਟੱਲ ਹਨ, ਜੋ ਅਜੇ ਤੱਕ ਵੀ ਸਦੀਵ ਕਾਲ ਤੱਕ ਜੋ ਅਟੱਲ ਰਹਿਣਗੇ, ਉਹਨਾਂ ਦੇ ਬਚਨਾਂ ਦੇ ਉੱਤੇ ਸਾਨੂੰ ਵੀ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਤਾਂ ਹੀ ਇਹ ਪਾਵਨ ਸਥਾਨ 'ਤੇ ਆਇਆ ਸਫਲਾ ਹੈ। ਜੇ ਆਪਾਂ ਸਤਿਗੁਰੂ ਜੀ ਦੇ ਬਚਨ 'ਤੇ ਚੱਲ ਕੇ, ਗੁਰਬਾਣੀ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ, ਖੰਡੇ ਬਾਟੇ ਦੀ ਪਹੁਲ ਲੈ ਕੇ ਸਿੱਖੀ ਵਾਲਾ ਜੀਵਨ ਧਾਰਨ ਕਰੀਏ, ਤਾਂ ਹੀ ਇਹ ਜੀਵਨ ਸਫਲ ਹੋ ਸਕਦਾ ਹੈ। ਸੋ ਮੈਂ ਇਸ ਟੀਮ ਦਾ ਅਤੇ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰ। ਪਿਆਰੇ ਦਰਸ਼ਕੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬੜਾ ਵਿਸ਼ਾਲ ਗੁਰਦੁਆਰਾ ਔਰ ਇੰਨੀ ਜ਼ਿਆਦਾ ਜਗ੍ਹਾ ਔਰ ਇੰਨੇ ਖੂਬਸੂਰਤ ਪੇੜਾਂ ਦੇ ਨਾਲ ਇਹਨੂੰ ਸਜਾਇਆ ਗਿਆ ਹੈ। ਜਿਸ ਵਕਤ ਅਸੀਂ ਤੁਹਾਨੂੰ ਪਰਿਕਰਮਾ ਦਿਖਾਵਾਂਗੇ ਜਾਂ ਬਾਹਰ ਦੇ ਪਾਸੇ ਦਿਖਾਉਂਦੇ ਹਾਂ, ਅਤੇ ਇਹਨਾਂ ਨੇ ਚਾਰੋਂ ਤਰਫ ਹਰਿਆਲੀ ਲਿਆਂਦੀ ਹੈ। ਸ਼ਾਇਦ ਗੁਰੂਆਂ ਦਾ ਵੀ ਇਹੋ ਸੰਦੇਸ਼ ਸੀਗਾ ਕਿ ਰੁੱਖ ਲਗਾਓ, ਔਰ ਜਗ੍ਹਾ ਜਗ੍ਹਾ 'ਤੇ ਥਾਂ ਥਾਂ 'ਤੇ ਉਹਨਾਂ ਨੇ ਖੂਹ ਖੋਲ੍ਹੇ ਤਾਂ ਕਿ ਲੋਕਾਂ ਨੂੰ ਪਾਣੀ ਪੀਣ ਤੇ ਖੇਤਾਂ ਦੀ ਸਿੰਚਾਈ ਕਰਨ ਦੀ, ਕਿਉਂਕਿ ਸਿੱਖ ਧਰਮ ਦਾ ਜਿਹੜਾ ਹੈ ਉਹ ਜੜ ਜਿਹੜੀ ਹੈ ਉਹ ਜ਼ਮੀਨ ਹੀ ਹੈ। ਇਹ ਜ਼ਮੀਨ ਨਾਲ ਜੁੜਿਆ ਹੋਇਆ ਕਿਸਾਨ, ਔਰ ਦੂਸਰਾ
ਆਰਮੀ ਜਿਹੜੀ ਹੈ, ਇਹ ਸਿੱਖ ਜਿਹੜੀ ਹੈ, ਦੋਵੇਂ ਇਸੇ ਤਰ੍ਹਾਂ ਜੁੜੀਆਂ ਹੋਈਆਂ ਨੇ। ਔਰ ਇਸ ਗੁਰਦੁਆਰੇ ਤੇ ਆ ਕੇ ਅਸੀਂ ਧੰਨ ਧੰਨ ਹੋ ਜਾਂਦੇ ਹਾਂ ਜਿਸ ਵੇਲੇ ਲੋਕਾਂ ਨੂੰ ਆਪਣੀ ਮੰਨਤਾਂ ਪੂਰੀਆਂ ਕਰਦੇ ਦੇਖਦੇ ਹਾਂ ਔਰ ਸਰ ਨਮਸਤਕ ਕਰਦੇ ਦੇਖਦੇ ਹਾਂ। ਮੈਂ ਇੱਥੇ ਇੱਕ ਗੱਲ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਸ ਪਾਵਨ ਸਥਾਨ ਦੇ ਨਾਲ ਲੱਗਦੀ ਜ਼ਮੀਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਸ ਪਾਵਨ ਪਵਿੱਤਰ ਸਥਾਨ ਦੇ ਨਾਲ ਗੁਰਦੁਆਰਾ ਸਾਹਿਬ ਜੀ ਦੀ ਮਲਕੀਤੀ ਜ਼ਮੀਨ ਦੇ ਵਿੱਚ 2 ਸਕੂਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਚੱਲ ਰਹੇ ਹਨ, ਜਿਸ ਦੇ ਵਿੱਚ ਬੱਚੇ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ CBSE ਬੋਰਡ ਦੀਆਂ ਕਲਾਸਾਂ ਵਿੱਚ ਬਹੁਤ ਵਧੀਆ ਪੜ੍ਹਾਈ ਕਰ ਰਹੇ ਹਨ ਅਤੇ ਬਹੁਤ ਹੀ ਮਿਹਨਤੀ ਸਟਾਫ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਬੁਲੰਦੀਆਂ ਤੇ ਪਹੁੰਚਾ ਰਿਹਾ ਹੈ। ਸੋ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਪਣੇ ਇਲਾਕੇ ਦੇ ਇਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵੱਧ ਚੜ੍ਹ ਕੇ ਐਡਮਿਸ਼ਨ ਕਰਵਾਈ ਜਾਵੇ ਤਾਂ ਜੋ ਬੱਚੇ ਸਿੱਖੀ ਨਾਲ ਵੀ ਜੁੜੇ ਰਹਿਣ ਅਤੇ ਆਪਣੇ ਇਤਿਹਾਸਕ ਵਿਰਸੇ ਨਾਲ ਜੁੜੇ ਰਹਿਣ। ਸੋ ਸਾਰੇ ਇਲਾਕੇ ਦੇ ਮਾਪਿਓ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਐਡਮਿਸ਼ਨ ਇੱਥੇ ਕਰਵਾਈ ਜਾਵੇ, ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫੀ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ। ਜਿਸ ਤਰ੍ਹਾਂ ਕੋਈ ਫਾਦਰਲੈਸ ਬੱਚੇ ਹਨ ਜਾਂ ਗਰੀਬ ਪਰਿਵਾਰ ਦੇ ਬੱਚੇ ਹਨ, ਉਹਨਾਂ ਨੂੰ ਵਿਸ਼ੇਸ਼ ਛੂਟ ਵੀ ਦਿੱਤੀ ਗਈ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਇਹ ਇਲਾਕਾ ਵਿੱਦਿਆ ਦੇ ਪੱਖੋਂ ਬਹੁਤ ਪਛੜ ਚੁੱਕਿਆ ਸੀ। ਇਹ ਬਹੁਤ ਹੀ ਵਧੀਆ ਉਪਰਾਲਾ ਕਰਕੇ ਇਹ ਸੰਸਥਾ ਦਾ ਮਾਣ ਵਧਾ ਰਹੇ ਹਨ। ਸੋ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਗਤਾਂ ਨੂੰ ਸਹਿਯੋਗ ਦੇ ਕੇ ਚੱਲਣਾ ਚਾਹੀਦਾ ਹੈ। ਇਸ ਵਕਤ ਗੁਰੂਦੁਆਰਾ ਗੁਰੂ ਕਾ ਬਾਗ ਉਸ ਦੇ ਲੰਗਰ ਘਰ ਦੇ ਬਾਹਰ ਅਸੀਂ ਖੜੇ ਹਾਂ। ਬੜਾ ਵੱਡਾ ਲੰਗਰ ਘਰ ਹੈ ਜਿੱਥੇ ਮੈਨੂੰ ਦੱਸਿਆ ਕਿ ਘੱਟ ਤੋਂ ਘੱਟ 500 ਬੰਦੇ ਇਕੱਠੇ ਬੈਠ ਕੇ ਲੰਗਰ ਛਕ ਸਕਦੇ ਨੇ। ਔਰ ਇਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੀ ਸੰਗਤ ਇਸ ਗੁਰਦੁਆਰੇ ਅਕਸਰ ਆਉਂਦੀ ਹੈ ਔਰ ਇਹ ਲੰਗਰ ਜਿਹੜਾ ਸਾਰਾ ਦਿਨ ਚੱਲਦਾ ਰਹਿੰਦਾ ਹੈ। ਆਓ ਇਸ ਲੰਗਰ ਘਰ ਦੇ ਦਰਸ਼ਨ ਕਰੀਏ। ਸਭ ਤੋਂ ਵੱਡੀ ਸਿੱਖ ਧਰਮ ਦੀ ਖਾਸੀਅਤ ਜਿਹੜੀ ਹੈ, ਲੋਕ ਪ੍ਰਸ਼ਾਦਾ ਵੀ ਛਕਦੇ ਨੇ ਔਰ ਇੱਥੇ ਆਪਣੀ ਸੇਵਾ ਵੀ ਪ੍ਰਦਾਨ ਕਰਦੇ ਨੇ ਨਿਸ਼ਕਾਮ, ਬਿਨਾਂ ਕਿਸੇ ਪੈਸੇ ਦੇ ਔਰ ਬਿਨਾਂ ਕਿਸੇ ਨੂੰ ਕਹੇ। ਲੋਕ ਆਪਣੇ ਆਪ ਹੀ ਇੱਥੇ ਆਉਂਦੇ ਨੇ। ਕੋਈ ਰੋਟੀਆਂ ਬਣਾਉਣ ਡਿਆ, ਕੋਈ ਦਾਲ ਚੜ੍ਹਾਉਣ ਡਿਆ, ਕੋਈ ਬਰਤਨ ਸਾਫ਼ ਕਰ ਰਿਹਾ। ਜਿਸ ਨੂੰ ਜੋ ਪ੍ਰਾਪਤ ਹੁੰਦੀ ਹੈ ਸੇਵਾ, ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਦਿਲੋਂ ਇਹ ਕਰਦਾ ਹੈ। ਔਰ ਸ਼ਾਇਦ ਇਹੀ ਕਾਰਨ ਹੈ ਕਿ ਗੁਰਦੁਆਰਿਆਂ ਦਾ ਸਭ ਤੋਂ ਮਹੱਤਵਪੂਰਨ ਅੰਗ ਜਿਹੜਾ ਲੰਗਰ ਪ੍ਰਥਾ ਹੈ, ਉਹ ਅੱਜ ਵੀ ਬੜੇ ਸ਼ਾਨ ਦੇ ਨਾਲ ਚੱਲ ਰਹੀ ਹੈ, ਜਿੱਥੇ ਲੋਕ ਖੁੱਲ੍ਹ ਕੇ ਦਾਨ ਦਿੰਦੇ ਨੇ ਔਰ ਉਹਨਾਂ ਦਾ ਦਾਨ ਦਾ ਜਿਹੜਾ ਪੈਸਾ ਹੈ ਉਹਨਾਂ ਦੇ ਉੱਪਰ ਹੀ ਲੰਗਰ ਦੇ ਰੂਪ 'ਚ, ਪ੍ਰਸ਼ਾਦੇ ਦੇ ਰੂਪ 'ਚ ਖਵਾਇਆ ਜਾਂਦਾ ਹੈ। ਦਰਸ਼ਕੋ, ਮੇਰੇ ਨਾਲ ਨੇ ਗੁਰਵਿੰਦਰ ਸਿੰਘ, ਪ੍ਰਚਾਰਕ ਗੁਰੂ ਕਾ ਬਾਗ ਗੁਰਦੁਆਰਾ। ਆਓ ਇਹਨਾਂ ਕੋਲ ਇਸ ਮਿਊਜ਼ੀਅਮ ਦੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਸਰ, ਤੁਹਾਡਾ ਫਾਸਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਇਹ ਗੁਰਦੁਆਰਾ ਗੁਰੂ ਕੇ ਬਾਗ ਵਿੱਚ ਬਣਾਇਆ ਗਿਆ ਮਿਊਜ਼ੀਅਮ ਹੈ, ਜਿਸ ਵਿੱਚ ਜਿੰਨੇ ਵੀ ਉਸ ਸਮੇਂ ਸ਼ਹੀਦ ਸਿੱਖ ਹੋਏ ਨੇ ਉਹਨਾਂ ਦੀਆਂ ਬੜੇ ਸੋਹਣੇ ਢੰਗ ਦੇ ਨਾਲ ਤਸਵੀਰਾਂ ਸਜਾਈਆਂ ਗਈਆਂ ਨੇ ਅਤੇ ਉਹਨਾਂ ਦੇ ਨਾਮ ਦੀ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ ਵਿੱਚ ਉਹਨਾਂ ਦਾ ਇਤਿਹਾਸ ਲਿਖਿਆ ਗਿਆ ਹੈ ਕਿ ਕਿੰਨੇ ਸਿੰਘ ਸ਼ਹੀਦ ਹੋਏ, ਕਿਸ ਤਰ੍ਹਾਂ ਉਹਨਾਂ ਨੇ ਜਾਨਾਂ ਵਾਰੀਆਂ। ਇਹ ਸਾਰੀ ਜਿਹੜੀ ਡਿਟੇਲ ਹੈ ਇਸ ਮਿਊਜ਼ੀਅਮ ਦੇ ਵਿੱਚ ਅਜਾਇਬ ਘਰ ਦੇ ਵਿੱਚ ਦਿੱਤੀ ਗਈ ਹੈ। ਸੋ ਕੋਈ ਵੀ ਜਦੋਂ ਇੱਥੇ ਗੁਰਦੁਆਰਾ ਗੁਰੂ ਕੇ ਬਾਗ ਵਿਖੇ ਦਰਸ਼ਨ ਕਰਨ ਆਉਂਦਾ ਹੈ
ਤੇ ਉਹ ਗੁਰਦੁਆਰਾ ਇੱਥੇ ਦੇ ਅਜਾਇਬ ਘਰ ਦੇ ਵਿੱਚ ਜ਼ਰੂਰ ਦਰਸ਼ਨ ਕਰਦਾ ਹੈ ਅਤੇ ਦੇਖਦਾ ਹੈ। ਔਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਦੋਂ ਵੀ ਅਸੀਂ ਆਪਣੇ ਬੱਚਿਆਂ ਦੇ ਨਾਲ ਆਉਂਦੇ ਹਾਂ ਤੇ ਇੱਥੇ ਸਾਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਆਪਣੇ ਬੱਚਿਆਂ ਨੂੰ, ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਜਿਹੜੇ ਗੁਰੂ ਘਰ ਨੇ ਕਿੰਨੀ ਤਸ਼ੱਦਦ ਦੇ ਨਾਲ, ਕਿੰਨਾ ਔਖਾ ਸਮਾਂ ਕੱਢ ਕੇ ਸਾਡੇ ਪੁਰਖਿਆਂ ਨੇ ਇਹਨਾਂ ਨੂੰ ਜਿਹੜਾ ਹੈ ਆਜ਼ਾਦ ਕਰਵਾਇਆ ਹੈ। ਸੋ ਮੈਂ ਫਿਰ ਬੇਨਤੀ ਕਰਦਾ ਸੰਗਤ ਨੂੰ ਕਿ ਜ਼ਰੂਰ ਇੱਥੇ ਆ ਕੇ ਪਹੁੰਚ ਕੇ ਆਪਣੇ ਬੱਚਿਆਂ ਨੂੰ ਅਤੇ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਜਾਵੇ ਜੀ। ਫਾਸਟਵੇ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਤੁਹਾਨੂੰ ਗੁਰਦੁਆਰਾ ਗੁਰੂ ਕਾ ਬਾਗ ਜੋ ਕੁੱਕੇਵਾਲ ਅਜਨਾਲੇ ਦੇ ਕੋਲ ਸਥਿਤ ਹੈ, ਇੱਥੇ ਦੇ ਬਾਰੇ ਇਤਿਹਾਸਿਕ ਜਾਣਕਾਰੀ ਦਿੱਤੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਸਿੱਖਾਂ ਦੀ ਲੜਾਈ ਦਾ ਇੱਕ ਬੜਾ ਵੱਡਾ ਉਪਰਾਲਾ ਸੀ, ਜਿਸ ਨੇ ਆਪਣੇ ਹੀ ਗੁਰਦੁਆਰਿਆਂ ਨੂੰ ਵਾਪਸ ਹਾਸਲ ਕਰਨ ਦੇ ਲਈ ਇਸ ਜੱਦੋ ਜਹਿਦ ਦੇ ਵਿੱਚ ਆਪਣੇ ਆਪ ਨੂੰ ਫੂਕਿਆ, ਆਪਣੇ ਆਪ ਨੂੰ ਸ਼ਾਮਲ ਕੀਤਾ। ਔਰ ਇਸ ਦੌਰਾਨ ਇਹਨਾਂ ਨੇ ਲਾਠੀਆਂ ਖਾਈਆਂ, ਘੋੜਿਆਂ ਦੇ ਡੰਡੇ ਮਾਰੇ ਗਏ, ਇਹਨਾਂ ਨੂੰ ਘੋੜਿਆਂ 'ਤੇ ਚੜ੍ਹ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਕਈਆਂ ਦੀ ਜਾਨਾਂ ਗਈਆਂ ਔਰ ਕਈਆਂ ਨੇ ਆਪਣੇ ਆਪ ਨੂੰ ਇਸ ਲੜਾਈ ਦੇ ਵਿੱਚ ਸ਼ਹੀਦ ਕੀਤਾ। ਲੇਕਿਨ ਅੰਤ ਵਿੱਚ ਸਿੱਖ ਕੌਮ ਆਪਣੇ ਗੁਰਦੁਆਰਿਆਂ ਨੂੰ ਇਹਨਾਂ ਮਹੰਤਾਂ ਤੋਂ, ਅੰਗਰੇਜ਼ੀ ਸ਼ਾਸਕਾਂ ਤੋਂ ਆਜ਼ਾਦ ਕਰਾਉਣ ਦੇ ਵਿੱਚ ਕਾਮਯਾਬ ਹੋਈ। ਇਹ ਆਫਰੀਨ ਹੈ ਸਿੱਖ ਕੌਮ, ਜਿਹੜੇ ਸਰਕਾਰ ਦੇ ਇਸ ਮੰਤਵ ਨੂੰ ਸਮਝ ਸਕੀ ਔਰ ਉਹਨਾਂ ਨੇ ਇਸ ਲੜਾਈ ਲੜੀ ਔਰ ਇਸ ਲੜਾਈ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਇਹ ਸਹਿਨਸ਼ੀਲਤਾ ਦਾ ਇਹਨਾਂ ਦਾ ਇਮਤਿਹਾਨ ਸੀ। ਮਾਰ ਖਾਧੀ, ਉਫ ਨਹੀਂ ਕੀਤਾ, ਔਰ ਉਸ ਦੀ ਇਹੀ ਸ਼ਹਾਦਤ ਸੀ ਜਿਸ ਦੇ ਕਾਰਨ ਅੱਜ ਅਸੀਂ ਇਹ ਪਿੱਛੇ ਮਿੱਠੀ ਬਾਣੀ ਸੁਣ ਰਹੇ ਹਾਂ ਔਰ ਸਿੱਖ ਧਰਮ ਦਾ ਵੱਧ ਤੋਂ ਵੱਧ ਪ੍ਰਚਾਰ ਹੁੰਦਾ ਦੇਖ ਰਹੇ ਹਾਂ ਔਰ ਸਿੱਖ ਧਰਮ ਦਾ ਨਾਮ ਉੱਚਾ ਹੁੰਦਾ ਦੇਖ ਰਹੇ ਹਾਂ। ਔਰ ਹੁਣ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਮੈਨੂੰ ਤੇ ਮੇਰੇ ਕੈਮਰਾਮੈਨ ਰਕੇਸ਼ ਕੁਮਾਰ ਨੂੰ ਇਜਾਜ਼ਤ ਦਿਓ। ਅਗਲੀ ਵਾਰ ਫਿਰ ਇੱਕ ਨਵੇਂ ਪ੍ਰੋਗਰਾਮ ਨਾਲ ਤੁਹਾਡੇ ਕੋਲ ਹਾਜ਼ਰ ਹੋਵਾਂਗੇ। ਤਦ ਤੱਕ ਬਹੁਤ ਬਹੁਤ ਧੰਨਵਾਦ ਅਤੇ ਸਤਿ ਸ੍ਰੀ ਅਕਾਲ।